बहुत बेबुनियाद इल्ज़ाम साढ़े उत्ते कि इन्हां दे कोल अनअकाउंटेड वैल्थ है, अनअकाउंटेड पैसा है और एक प्री प्लान तरीके नाल जिद्दां किसी दा कैरेक्टर असैसीनेशन करना हुंदा, किसी दे खिलाफ विलिफिकेशन कैंपेन चलाउणा बकायदा ऑर्गेनाइज्ड ताकि मेरी छवि खराब होवे लोकां दे विच। इस नज़रिए दे नाल ईडी ने ना सिर्फ पहलां साडे उत्ते रेड कीते पर उस तो बाद जिहड़ा असी हाई कोर्ट गए हैं ਉਹਦੇ ਰਿਸਪੌਂਸ ਵਿੱਚ ਜਿਹੜਾ ਕੱਲ ਐਫੀਡੇਵਿਟ ਫਾਈਲ ਕੀਤਾ ਇਸ ਨੂੰ ਮੈਂ ਇੱਕ ਬੰਡਲ ਆਫ ਲਾਈਜ਼ ਇਟਸ ਅ ਕੌਕ ਐਂਡ ਬੁਲ ਸਟੋਰੀ ਆਈ ਟਰੈਸ਼ ਡਿਬੰਕ ਐਵਰੀਥਿੰਗ ਔਰ ਮੈਨੂੰ ਅਫਸੋਸ ਹੈ ਕਿ ਬੜੇ ਵੱਡੇ ਅਖਬਾਰਾਂ ਵਾਲਿਆਂ ਨੇ ਅੱਧਾ ਸਫਾ ਪੂਰਾ ਅੱਧਾ ਸਫਾ ਸਾਡੇ ਇਸ ਊਲ ਜਲੂਲ ਜਿਹੜੀ ਕਹਾਣੀ ਬਣਾਈ ਉਹਦੇ ਉੱਤੇ ਸਾਡੇ ਖਿਲਾਫ ਦਿੱਤੇ। ਕਈਆਂ ਨੇ ਤਾਂ ਇਹ ਵੀ ਨਹੀਂ ਮੁਨਾਸਬ ਸਮਝਿਆ ਵੀ ਇਹਨਾਂ ਦਾ ਰਿਐਕਸ਼ਨ ਹੀ ਲੈ ਲਈ ਅਸੀਂ। ਮੈਂ ਉਮੀਦ ਕਰਦਾ ਕਿ ਜਿਹੜਾ ਪ੍ਰਿੰਟ ਮੀਡੀਆ ਵਾ ਜਿਹੜਾ ਰਿਸਪੌਂਸਿਬਲ ਮੀਡੀਆ ਇਸ ਦੇਸ਼ ਦਾ ਉਹ ਅੱਜ ਸਾਨੂੰ ਅੱਧਾ ਸਫਾ ਨਹੀਂ ਤਾਂ ਇੱਕ ਚੌਥਾ ਹਿੱਸਾ ਪੇਜ ਦਾ ਜ਼ਰੂਰ ਦੇਵੇਗਾ ਤਾਂ ਕਿ ਮੈਂ ਆਪਣੀ ਗੱਲ ਨੂੰ ਆਪਣੀ ਸਫਾਈ ਦੇ ਸਕਾਂ। ਅਸੀਂ ਬੇਗੁਨਾਹ ਵਾਂ। ਅਸੀਂ ਅਰਸੇ ਤੋਂ ਮੈਂ ਤੇ ਮੇਰਾ ਪਰਿਵਾਰ ਅਸੀਂ ਭ੍ਰਿਸ਼ਟਾਚਾਰ ਤੇ ਜ਼ਿਆਦਤੀਆਂ ਤੇ ਹਰ ਕਿਸਮ ਦੀ ਬੇਇਨਸਾਫੀ ਦੇ ਖਿਲਾਫ ਅਰਸੇ ਤੋਂ ਲੜਦੇ ਆ ਰਹੇ ਹਾਂ। ਆਈ ਵੁੱਡ ਸੇ ਕਿ ਆ ਜਿਹੜਾ ਬੀਜੇਪੀ ਦੀ ਸਰਕਾਰ ਨੇ ਤੇ ਈਡੀ ਨੇ ਸਾਡੇ ਤੇ ਹਮਲਾ ਕੀਤਾ, ਦਿਸ ਇਜ਼ ਲਾਈਕ ਸ਼ੂਟਿੰਗ ਦ ਮੈਸੇਂਜਰ। ਦਿਸ ਇਜ਼ ਲਾਈਕ ਜਿਹੜਾ ਉਹਨਾਂ ਨੇ ਸਾਡੇ ਤੇ ਯਤਨ ਕੀਤਾ ਕਿ ਇਹਨਾਂ ਦੀ ਆਵਾਜ਼ ਬੰਦ ਕਰਾਈਏ, ਇਹਨਾਂ ਨੂੰ ਧਮਕਾਓ, ਇਹਨਾਂ ਦੀਆਂ ਬਾਹਾਂ ਮਰੋੜੋ ਔਰ ਇਸ ਏਜੰਸੀ ਦਾ ਦੁਰਉਪਯੋਗ ਕੀਤਾ ਬੀਜੇਪੀ ਸਰਕਾਰ ਨੇ। ਕਿਉਂਕਿ ਮੈਂ ਕਾਫੀ ਅਰਸੇ ਤੋਂ ਕਿਸਾਨ ਅੰਦੋਲਨ ਦਾ ਹਮੈਤੀ ਨਹੀਂ ਸਿਰਫ ਉਹਦੇ 'ਚ ਪ੍ਰੋਐਕਟਿਵ ਰੋਲ ਪਲੇ ਕੀਤਾ। ਨਵਰੀਤ ਸਿੰਘ ਡਿਬਡਿਬਾ ਦੇ ਕੇਸ ਨੂੰ ਖਾਸ ਤੌਰ ਤੇ ਜਦੋਂ ਕਿਸੇ ਨੇ ਵੀ ਨਹੀਂ ਚੱਕਿਆ ਸੀਗਾ, ਜਦੋਂ ਕਿਸਾਨ ਅੰਦੋਲਨ ਦੇ ਆਗੂਆਂ ਨੇ ਵੀ ਉਧਰ ਧਿਆਨ ਨਹੀਂ ਦਿੱਤਾ, ਉਸ ਦਾ ਲੜਾਈ ਲੜ ਕੇ ਦਿੱਲੀ ਹਾਈ ਕੋਰਟ ਵਿੱਚ ਉਹਦੇ ਪਰਿਵਾਰ ਹਰਦੀਪ ਸਿੰਘ ਦਾਦਾ ਜੀ ਨੂੰ ਉੱਥੇ ਪਹੁੰਚਦਾ ਕਰਕੇ ਤੇ ਪੁਲਿਸ ਤੇ ਦਿੱਲੀ ਦੀ ਸਰਕਾਰ ਬੀਜੇਪੀ ਨੂੰ ਕਟਘਰੇ ਵਿੱਚ ਖੜਾ ਕੀਤਾ। ਇਹ ਗੱਲਾਂ ਉਹਨਾਂ ਨੂੰ ਚੁੱਭਦੀਆਂ ਨੇ। ਔਰ ਇੱਥੇ ਬਸ ਨਹੀਂ, ਮੈਂ ਜੇ ਗੱਲ ਪਿੱਛੇ ਚੱਲ ਜਾਵਾਂ, ਮੈਂ ਆਈ ਹੈਵ ਬੀਨ ਅਪੋਜ਼ਿੰਗ ਬੀਜੇਪੀ ਐਵਰ ਸਿੰਸ ਦੇ ਐਬਰੋਗੇਟਿਡ ਈਵਨ ਆਰਟੀਕਲ 370 ਇਨ ਜੰਮੂ ਕਸ਼ਮੀਰ। ਸਾਰਾ ਦੇਸ਼, ਸਾਰੀਆਂ ਪੋਲੀਟੀਕਲ ਪਾਰਟੀਆਂ ਦੋ ਟੋਟੇ ਕਰਕੇ ਤੁਸੀਂ ਉਹਨਾਂ ਦੀ ਤੋਹੀਨ ਕੀਤੀ ਆ ਤੇ ਇਹ ਗੱਲਾਂ ਚੁੱਭਦੀਆਂ ਨੇ। CAA ਦਾ ਵਿਰੋਧ ਕੀਤਾ। ਦਿੱਲੀ ਵਿੱਚ ਜਿਹੜੇ ਦੰਗੇ ਕਰਾਏ ਗਏ, ਆਰਗੇਨਾਈਜ਼ ਸਟੇਟ ਸਪਾਂਸਰਡ ਰਾਈਟਸ ਦਾ ਕਿਸੇ ਵੇਲੇ ਸਿੱਖ ਕਤਲੇਆਮ ਹੋਇਆ ਸੀ 84 'ਚ, ਐਨ ਉਸ ਦੀ ਤਰਜ਼ ਤੇ CAA ਦੇ ਸ਼ਾਹੀਨ ਬਾਗ ਦੇ ਮੋਰਚੇ ਦੇ ਦੌਰਾਨ ਜਿਹੜੇ ਉੱਥੇ ਦੰਗੇ ਕਰਾਏ ਗਏ ਉਹਦਾ ਵਿਰੋਧ ਕੀਤਾ। ਇਹ ਕਿਤੇ ਨਾ ਕਿਤੇ ਬੀਜੇਪੀ ਦੇ ਖੇਮਿਆਂ ਵਿੱਚ ਸਾਡਾ ਵਿਰੋਧ ਖਟਕਦਾ ਸੀਗਾ। ਉਹਨਾਂ ਨੇ ਬਾਕੀ ਸਾਰੇ ਕਰਪਟ ਬੰਦੇ ਨੇ ਜਿਹੜੇ ਪੋਲੀਟੀਸ਼ੀਅਨਸ ਨੇ ਸਾਰੇ ਦੇਸ਼ ਵਿੱਚ ਤੇ ਪੰਜਾਬ ਦੇ ਵਿੱਚ, ਜਿਨ੍ਹਾਂ ਨੇ ਸੈਂਕੜੇ ਹਜ਼ਾਰਾਂ ਕਰੋੜਾਂ ਦਾ ਚੂਨਾ ਲਾ ਕੇ ਇਸ ਦੇਸ਼ ਨੂੰ ਲੁੱਟਿਆ, ਉਹਨਾਂ ਵੱਲ ਈਡੀ ਤੇ ਏਜੰਸੀਆਂ ਨੇ ਕੋਈ ਧਿਆਨ ਨਹੀਂ ਕੀਤਾ। ਤੇ ਮੇਰੇ ਵਰਗੇ ਇੱਕ ਨਿਮਾਣਾ ਵੀ ਕਹਿ ਸਕਦਾ, ਇੱਕ ਬੇਗੁਨਾਹ ਬੰਦਾ ਵੀ ਕਹਿ ਸਕਦਾ, ਮੇਰੇ ਖਿਲਾਫ ਐਡਾ ਵੱਡਾ ਰੇਡ ਕੀਤਾ ਗਿਆ। ਔਰ ਗੱਲ ਸ਼ੁਗਲ ਦੀ ਸੁਣੋ ਤੁਸੀਂ ਕਿ ਮੇਰੇ ਖਿਲਾਫ ਅੱਜ ਤੱਕ ਕੋਈ FIR ਨਹੀਂ ਗਈ ਬਾਈ ਈਡੀ। ਕਿਸੇ ਤਰ੍ਹਾਂ ਦਾ ਮੇਰੇ ਖਿਲਾਫ ਕੋਈ ਉਹਨਾਂ ਦੇ ਕੋਲ ਕੋਈ ਕੰਪਲੇਂਟ ਨਹੀਂ। ਸਿਰਫ ਇੱਕ ECIR ਜਿਹੜੀ ਉਹਨਾਂ ਦੀ ਇਨ ਹਾਊਸ ਡਾਕੂਮੈਂਟ ਹੈ, ਜਿਹੜਾ ਕਿਸੇ ਨੂੰ ਡਿਸਕਲੋਜ਼ ਨਹੀਂ ਕਰਦੇ, ਉਹਦੇ ਆਧਾਰ ਦੇ ਉੱਤੇ ਕਿੱਡਾ ਵੱਡਾ ਰੇਡ ਮਾਰਿਆ। 100-150 ਬੰਦਾ ਲੈ ਕੇ ਸਾਡੇ ਘਰਾਂ ਦੇ ਵਿੱਚ ਵੜ ਗਏ। ਸਾਡੇ 2 PSOs ਨੂੰ ਕਰੋਨਾ ਪੋਜ਼ਿਟਿਵ ਕਰ ਗਏ ਨੇ। ਔਰ ਹੁਣ ਜਦੋਂ ਅਸੀਂ ਹਾਈ ਕੋਰਟ ਗਏ, ਹਾਈ ਕੋਰਟ ਵਿੱਚ ਪਹਿਲੇ ਰਿਐਕਸ਼ਨ ਵਿੱਚ ਉਹਨਾਂ ਦੇ ਜਿਹੜੇ ਐਡੀਸ਼ਨਲ ਸੋਲਿਸਿਟਰ ਜਨਰਲ ਪੇਸ਼ ਹੋਏ ਨੇ ਦਿੱਲੀ ਤੋਂ, ਉਹਨਾਂ ਨੇ ਕਿਹਾ ਜੀ ਕਿ ਸੁਖਪਾਲ ਸਿੰਘ ਖਹਿਰਾ ਇਜ਼ ਨਾਟ ਐਨ ਅਕਿਊਜ਼ਡ, ਬਟ ਇਨ ਦਿਸ ਡਾਕੂਮੈਂਟ ਦੇ ਗੋ ਵਨ ਸਟੈਪ ਅਹੈਡ that he is not even aggrieved। accused ਤੋਂ ਥੱਲੇ ਆਣ ਕੇ aggrieved ਵੀ ਨਹੀਂ। ਤੇ ਜੇ ਅਸੀਂ aggrieved ਨਹੀਂ ਗਏ, ਅਸੀਂ accused ਨਹੀਂ ਗਏ, ਅਸੀਂ ਗੁਨਾਹਗਾਰ ਨਹੀਂ ਗਏ, ਤੇ ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਕਿ ਤੁਸੀਂ ਕਿਸੇ ਦੇ ਘਰਾਂ ਦੇ ਵਿੱਚ ਵੜ ਕੇ ਤੇ 100 150 ਮੁਲਾਜ਼ਮ ਪੁਲਿਸ ਵਾਲਾ ਭੇਜ ਕੇ ਤੁਸੀਂ ਸਾਡੇ ਘਰਾਂ ਦੇ ਵਿੱਚ ਗੈਰ ਕਾਨੂੰਨੀ ਰੇਡ ਕਰੋ ਔਰ ਸਾਰਾ ਕੁਝ ਜ਼ਬਤ ਕਰਨ ਤੋਂ ਲਿਜਾ ਕੇ ਮਨ ਘੜਤ ਕਹਾਣੀਆਂ ਪੇਸ਼ ਕਰੋ। ਅੱਜ ਸਾਡੇ ਤੇ ਇਲਜ਼ਾਮ ਲਾਇਆ ਜੀ ਇਹਨਾਂ ਨੇ। ਔਰ ਇਹ ਗੱਲ ਸੁਣ ਲਓ, ਜਿਹੜੀ ਇਲਜ਼ਾਮ ਤਰਾਸ਼ੀ ਕੀਤੀ ਆ, ਇਹ ਕੋਈ ਪਿਛਲੇ 2-3 ਮਹੀਨਿਆਂ ਦੇ ਬਾਰੇ ਨਹੀਂ ਗੱਲ ਕਰ ਰਹੇ। ਉਹ 12 ਸਾਲ ਦਾ ਟਾਈਮ ਚੁੱਕ ਲਿਆ ਜੀ। 12 ਸਾਲ ਦੇ ਮੇਰੇ ਸਾਰੇ ਅਕਾਊਂਟਸ ਦੀ ਡਿਟੇਲਸ ਲੈ ਕੇ ਤੇ ਸਾਡੇ ਤੇ ਇਲਜ਼ਾਮ ਲਾਤਾ ਕਿ ਜੀ ਇਹਨਾਂ ਦੇ ਕੋਲ 3 ਕਰੋੜ 85 ਲੱਖ ਅਨਅਕਾਊਂਟਡ ਇਨਕਮ ਇਨ ਖਹਿਰਾਜ਼ ਅਕਾਊਂਟਸ। ਲੁੱਕ ਐਟ ਦ ਡਰਾਮਾ। ਔਰ ਇਹ 3 ਕਰੋੜ 85 ਲੱਖ ਜਦੋਂ ਜ਼ਿਕਰ ਕਰ ਰਹੇ ਨੇ, ਉਹ ਭੁੱਲ ਗਏ ਕਿ ਐਗਰੀਕਲਚਰਿਸਟ ਵੀ ਨੇ। ਇਹਨਾਂ ਨੇ ਐਗਰੀਕਲਚਰ ਜਿਹੜੀਆਂ ਲਿਮਿਟਸ ਬਣਾਈਆਂ ਨੇ, ਬੈਂਕਾਂ ਤੋਂ ਕਰਜ਼ਾ ਚੱਕਿਆ, ਲਗਭਗ 3 ਕਰੋੜ ਦੇ ਕਰੀਬ ਮੇਰਾ ਲੋਨ ਆ, ਉਸ ਲੋਨ ਨੂੰ ਵੀ ਅਨਅਕਾਊਂਟਡ ਇਨਕਮ ਦੇ ਵਿੱਚ ਪਾਤਾ ਤੇ ਉਹਨੂੰ ਲਗਭਗ 4 ਕਰੋੜ ਰੁਪਈਆ ਬਣਾਈ ਜਾਂਦੇ ਨੇ। 3 ਕਰੋੜ ਰੁਪਏ ਦਾ ਕਰਜ਼ਾ, ਉਸ ਨੂੰ ਵੀ ਇਹਦੇ ਵਿੱਚ ਗਿਣ ਕੇ ਆਮਦਨ ਸ਼ੋਅ ਕਰਕੇ ਮੇਰੇ ਅਕਾਊਂਟਸ ਦੇ ਵਿੱਚ ਉਹਨੂੰ
3 ਕਰੋੜ 85 ਲੱਖ ਰੁਪਏ ਦੀ ਅਨਅਕਾਊਂਟਡ ਵੈਲਥ। ਦੂਜਾ ਇਲਜ਼ਾਮ ਮੇਰੇ ਤੇ ਲਾਇਆ ਉਹਨਾਂ ਨੇ, ਮੈਂ ਤੁਹਾਨੂੰ ਸਾਰਾ ਦੱਸਦਾ। ਦੂਸਰਾ ਇਲਜ਼ਾਮ ਲਾਉਂਦੇ ਨੇ ਜੀ ਕਿ ਇਹਨਾਂ ਨੇ 84 ਲੱਖ ਰੁਪਇਆ ਕੈਸ਼ ਟ੍ਰਾਂਸਫਰ ਕੀਤਾ 12 ਸਾਲਾਂ 'ਚ। ਜੇ 84 ਨੂੰ 12 ਨਾਲ ਤਕਸੀਮ ਕਰੀਏ ਤਾਂ 7 ਲੱਖ ਰੁਪਇਆ ਕਹਿੰਦੇ ਨੇ ਕਿ ਹਰ ਸਾਲ ਆਪਣੇ ਅਕਾਊਂਟਸ ਵਿੱਚ ਕੈਸ਼ ਜਮ੍ਹਾਂ ਕੀਤਾ। ਭੁੱਲ ਗਏ ਕਿ ਮੇਰੇ ਕੋਲ ਮੇਰੀ ਜ਼ਮੀਨ ਦੀ ਲਗਭਗ 25 ਲੱਖ ਰੁਪਇਆ ਸਾਲਾਨਾ ਜ਼ਮੀਨ ਤੋਂ ਆਮਦਨ ਆ। ਮੈਂ ਆਪਣੇ ਘਰ ਦੇ ਖਰਚੇ ਕੱਢਣ ਤੋਂ ਬਾਅਦ ਜੇ ਇੱਕ ਸਾਲ ਵਿੱਚ ਉਸ 25 ਲੱਖ ਰੁਪਏ ਵਿੱਚੋਂ 7 ਲੱਖ ਰੁਪਏ ਜਮ੍ਹਾਂ ਕਰਾਤਾ, ਮੈਂ ਕਿਹੜੀ ਮਨੀ ਲਾਂਡਰਿੰਗ ਕਰਤੀ ਜੀ? ਮੈਂ ਕੀ ਗੁਨਾਹ ਕਰ ਦਿੱਤਾ ਵਾ? ਉਹਨੂੰ ਵੀ ਮਨੀ ਲਾਂਡਰਿੰਗ ਦਾ ਨਾਮ ਦਿੱਤਾ ਜਾ ਰਿਹਾ ਵਾ। ਔਰ ਜ਼ਿਆਦਾਤਰ ਜਿਹੜੇ ਕੈਸ਼ ਡਿਪੋਜ਼ਿਟਸ ਗਏ ਨੇ ਪਿਛਲੇ 12 ਸਾਲਾਂ 'ਚ, ਯਾਨੀ ਕਿ 7 ਲੱਖ ਰੁਪਇਆ ਐਵਰੇਜ ਇੱਕ ਸਾਲ ਵਿੱਚ, ਇਹ ਜ਼ਿਆਦਾਤਰ ਮੈਂ ਜਿਹੜੀਆਂ ਬੈਂਕਾਂ ਤੋਂ ਕਰਜ਼ੇ ਚੱਕੇ ਹੋਏ ਨੇ, ਐਗਰੀਕਲਚਰ ਲਿਮਿਟਸ ਬਣਾਈਆਂ ਨੇ, ਉਹਦੇ ਇੰਟਰਸਟ ਪੇਮੈਂਟ ਹੈ ਇਹ। ਉਹਦੀ ਇੰਟਰਸਟ ਪੇਮੈਂਟ ਨੂੰ ਮਨੀ ਲਾਂਡਰਿੰਗ ਦਾ ਨਾਮ ਦਿੱਤਾ ਗਿਆ ਵਾ। ਔਰ ਮੈਨੂੰ ਇਹ ਕਹਿੰਦੇ ਨੇ ਜੀ ਕਿ ਇਹਨਾਂ ਦੀ ਆਮਦਨ ਸਿਰਫ 99 ਲੱਖ ਸ਼ੋ ਹੋਈ ਆ, ਅਨਅਕਾਊਂਟਡ ਵੈਲਥ ਇੰਨੀ ਆ। ਦੇ ਫੋਰਗੋਟ ਦੈਟ ਆਈ ਐਮ ਐਨ ਐਗਰੀਕਲਚਰਿਸਟ, ਆਈ ਹੈਵ ਐਗਰੀਕਲਚਰ ਇਨਕਮ ਆਲਸੋ। ਔਰ ਇਸ ਤੋਂ ਪਹਿਲਾਂ ਕਿ ਮੈਂ ਅੱਗੇ ਚੱਲਾਂ, ਜਿਹੜਾ ਕੰਮ ਈਡੀ ਨੇ ਸੈਂਕੜੇ ਬੰਦਿਆਂ ਨਾਲ ਰੇਡ ਮਾਰਿਆ ਤੇ ਕਈ ਹਫ਼ਤਿਆਂ ਦੀ ਤਹਿਕੀਕਾਤ ਕੀਤੀ ਤੇ ਹੁਣ ਹਾਈ ਕੋਰਟ ਤੱਕ ਆਹ ਫਜ਼ੂਲ ਬੋਗਸ ਸਾਡੇ ਤੇ ਇਲਜ਼ਾਮ ਲਾ ਰਹੇ ਨੇ, ਇਹ ਕੰਮ ਤਾਂ ਇਨਕਮ ਟੈਕਸ ਕਰ ਸਕਦੀ ਸੀ। ਜੇ ਮੇਰੀਆਂ ਅਕਾਊਂਟਸ ਨੂੰ ਦੇਖਣਾ, ਅਸੈਸ ਕਰਨਾ ਕਿ ਕਿੰਨਾ ਪੈਸਾ ਆਇਆ ਤੇ ਕਿੰਨਾ ਇਹਨਾਂ ਨੇ ਖਰਚਾ, ਜੇ 12 ਸਾਲਾਂ ਦਾ ਕਰਨਾ ਸੀਗਾ ਤੇ ਇਨਕਮ ਟੈਕਸ ਦਾ ਇੱਕ ਇੰਸਪੈਕਟਰ ਮੈਨੂੰ ਸੱਦ ਲੈਂਦਾ ਆਪਣੇ ਦਫ਼ਤਰ ਦੇ ਵਿੱਚ ਤੇ ਮੇਰੇ ਤੋਂ ਸਾਰੀ ਡਿਟੇਲਸ ਲੈ ਲੈਂਦਾ। ਮੈਂ ਸਾਰੀ ਡਿਟੇਲਸ ਦੇ ਦੇਣੀਆਂ ਸੀਗੀਆਂ। ਬਟ ਅਨਫੋਰਚੂਨੇਟਲੀ ਬਿਕੋਜ਼ ਦੇ ਹੈਡ ਟੂ ਮੇਕ ਅ ਸੈਂਸੇਸ਼ਨ ਆਊਟ ਆਫ ਇਟ, ਦੇ ਹੈਡ ਟੂ ਸ਼ੋ ਰੈਸਟ ਆਫ ਪੰਜਾਬ ਕਿ ਜੇ ਅਸੀਂ ਤੁਹਾਡੇ ਸਾਬਕਾ ਲੀਡਰ ਆਫ ਆਪੋਜੀਸ਼ਨ ਦਾ ਆਹ ਹਾਲ ਕਰ ਸਕਦੇ ਹਾਂ ਤੇ ਜਿਹੜਾ ਵੀ ਆਦਮੀ ਪੰਜਾਬ ਦਾ ਉੱਠ ਕੇ ਕਿਸਾਨ ਅੰਦੋਲਨ ਦੀ ਸਪੋਰਟ ਕਰੇਗਾ ਜਾਂ ਬੀਜੇਪੀ ਦੀ ਵਿਰੋਧ ਕਰੇਗਾ, ਉਹਦਾ ਹਸ਼ਰ ਤੁਸੀਂ ਆਪਣੇ ਆਪ ਪੜ੍ਹਿਆ ਵਿਚਾਰ ਲਓ ਕਿ ਤੁਹਾਡਾ ਹਸ਼ਰ ਕੀ ਕਰਾਂਗੇ। ਇਸ ਇਰਾਦੇ ਦੇ ਨਾਲ ਜਿਹੜਾ ਈਡੀ ਦਾ ਰੇਡ ਸੀਗਾ ਔਰ ਬਾਅਦ ਵਿੱਚ ਜਿਹੜਾ ਇੱਕ ਵੈਲ ਪਲਾਨ ਤਰੀਕੇ ਨਾਲ, ਪਹਿਲੇ ਦਿਨ ਤੁਹਾਨੂੰ ਯਾਦ ਹੋਵੇਗਾ ਕਿ ਜਿਹੜੀ ਪ੍ਰੈਸ ਰਿਲੀਜ਼ ਕੀਤੀ ਈਡੀ ਨੇ, ਇਹਨਾਂ ਕੋਲ ਫਰਜ਼ੀ ਪਾਸਪੋਰਟ ਨੇ। ਕਿੱਥੇ ਹੈ ਫਰਜ਼ੀ ਪਾਸਪੋਰਟ? ਇਸ ਐਫੀਡੇਵਿਟ ਵਿੱਚ ਫਰਜ਼ੀ ਪਾਸਪੋਰਟ ਦਾ ਜ਼ਿਕਰ ਵੀ ਨਹੀਂਗਾ, ਕਿਸੇ ਬੇਨਾਮੀ ਅਕਾਊਂਟ ਦਾ ਜ਼ਿਕਰ ਨਹੀਂਗਾ, ਕਿਸੇ ਡਰੱਗ ਮਨੀ ਦਾ ਆਥੈਂਟੀਕੇਟਡ ਜ਼ਿਕਰ ਨਹੀਂਗਾ, ਕਿਸੇ ਮਨੀ ਲਾਂਡਰਿੰਗ ਦਾ ਆਥੈਂਟੀਕੇਟਡ ਪ੍ਰੂਫ ਸਮੇਤ ਕੋਈ ਜ਼ਿਕਰ ਨਹੀਂਗਾ। ਸਿਰਫ ਬਸ ਕਹਾਣੀਆਂ ਬਣਾ ਕੇ ਉਸ ਦੇ ਵਿੱਚ ਲਿਖੀ ਜਾਂਦੇ ਨੇ। ਫਿਰ ਅੱਗੇ ਆਉਂਦੇ ਨੇ, ਕਹਿੰਦੇ ਜੀ ਤੁਹਾਡੇ ਸਨ ਇਨ ਲਾਅ ਨੇ 64 ਲੱਖ ਰੁਪਇਆ ਤੁਹਾਡੇ ਅਕਾਊਂਟ 'ਚ। ਪਹਿਲਾਂ ਦੱਸੋ ਮੈਨੂੰ ਕਿ ਆਪਣੇ ਕਰੀਬੀ ਰਿਸ਼ਤੇਦਾਰਾਂ ਤੋਂ ਪੈਸਾ ਉਧਾਰ ਲੈਣਾ ਜਾਂ ਉਹਨਾਂ ਦੇ ਨਾਲ ਕੋਈ ਬਿਜ਼ਨਸ ਕਰਨਾ ਗੁਨਾਹ ਵਾ ਇਸ ਦੇਸ਼ ਦੇ ਵਿੱਚ? ਮੇਰੇ ਸਨ ਇਨ ਲਾਅ ਨੇ ਤੇ ਮੇਰੇ ਬੇਟੇ ਨੇ ਰਲ ਕੇ ਇੱਕ ਛੋਟੀ ਜੀ ਐਂਟਰਪ੍ਰੇਨਰਸ਼ਿਪ ਕੰਸਟਰਕਸ਼ਨ ਦੀ ਇੱਕ ਛੋਟੀ ਜੀ ਕੰਪਨੀ ਬਣਾਈ ਜਾਂ ਫਰਮ, ਪ੍ਰਾਈਵੇਟ ਲਿਮਿਟਡ ਨਹੀਂ ਬਣਾਈ। ਉਹਦੇ ਵਿੱਚ ਜਿਹੜਾ ਸੀਡ ਮਨੀ ਪਾਇਆ ਇਹਨਾਂ ਨੇ, ਲਗਭਗ 20 ਲੱਖ ਰੁਪਇਆ ਅਕਾਊਂਟ 'ਚੋਂ ਟ੍ਰਾਂਸਫਰ ਕੀਤਾ ਮੇਰੇ ਸਨ ਇਨ ਲਾਅ ਨੇ, ਆਪਣੇ ਪਰਸਨਲ ਅਕਾਊਂਟ 'ਚੋਂ, ਕੈਪੀਟਲ ਟੂ ਰਨ ਦੈਟ ਸਮਾਲ ਕੰਸਟਰਕਸ਼ਨ ਕੰਪਨੀ, ਉਹਨੂੰ ਵੀ ਮਨੀ ਲਾਂਡਰਿੰਗ ਦੇ ਵਿੱਚ ਕਨਵਰਟ ਕਰ ਦਿੱਤਾ। ਉਸ ਤੋਂ ਇਲਾਵਾ ਜਿਹੜਾ ਮੇਰਾ ਬੇਟਾ ਹੈ ਉਹ ਮੇਰੇ ਸਨ ਇਨ ਲਾਅ ਦੀ ਫਰਮ ਦਾ ਲੀਗਲ ਐਡਵਾਈਜ਼ਰ ਆ, ਉਹਨਾਂ ਦਾ ਰਿਟੇਨਰ ਆ। ਜਿਹੜੇ ਵੀ ਕੇਸਿਸ ਆਉਂਦੇ ਨੇ ਅਦਾਲਤਾਂ ਵਿੱਚ, ਉਹ ਲੜਨ ਦਾ ਜ਼ਿੰਮਾ ਉਹਨਾਂ ਨੇ ਮਹਿਤਾਬ ਸਿੰਘ ਖਹਿਰਾ ਨੂੰ ਦਿੱਤਾ ਹੋਇਆ, ਭਰੋਸੇਯੋਗ ਸਮਝ ਕੇ ਕਿ ਸਾਡੇ ਰਿਸ਼ਤੇਦਾਰ ਆ, ਸਾਡੇ ਪਰਿਵਾਰ ਦਾ। ਜਿਹੜੇ ਇਹਨੂੰ ਰਿਟੇਨਰਸ਼ਿਪ ਦਿੰਦੇ ਨੇ ਹਰ ਮਹੀਨੇ ਦੀ, ਉਹਨੂੰ ਵੀ ਮਨੀ ਲਾਂਡਰਿੰਗ ਵਿੱਚ ਪਾ ਦਿੱਤਾ ਵਾ। ਇੱਥੇ ਹੀ ਬਸ ਨਹੀਂ, ਆ ਪਿੱਛੇ ਜੇ ਮੈਨੂੰ ਲੋੜ ਸੀਗੀ ਕਿਉਂਕਿ ਮੇਰਾ ਇੱਕ ਅਕਾਊਂਟ NPA ਹੋ ਰਿਹਾ ਸੀਗਾ, ਮੇਰਾ ਅਕਾਊਂਟ ਡਿਫਾਲਟ ਵਿੱਚ ਚਲੇ ਗਿਆ ਸੀਗਾ। ਅਗਰ NPA ਹੋ ਜਾਂਦੀ ਮੇਰੀ ਉਹ ਬੈਂਕ ਦੀ ਲਿਮਿਟ, ਤਾਂ ਮੇਰਾ ਸਾਰਾ ਸਿਬਲ ਖਰਾਬ ਹੋ ਜਾਣਾ ਸੀ, ਮੇਰੇ ਫਾਈਨੈਂਸ਼ੀਅਲ ਪੋਜੀਸ਼ਨ ਖਰਾਬ ਹੋ ਜਾਣੀ ਸੀ। ਮੈਂ ਆਪਣੇ ਸਨ ਇਨ ਲਾਅ ਨੂੰ ਰਿਕੁਐਸਟ ਕੀਤਾ ਕਿ ਮੈਨੂੰ X ਅਮਾਊਂਟ ਪੈਸੇ ਚਾਹੀਦੇ ਨੇ ਵਿਆਜ ਦੇਣ ਵਾਸਤੇ, ਤਾਂ ਕਿ ਮੇਰਾ ਅਕਾਊਂਟ NPA ਨਾ ਹੋਵੇ। ਉਹ ਵੀ ਉਹਨੇ ਬੈਂਕ ਰਾਹੀਂ ਭੇਜੇ ਮੈਨੂੰ, ਔਰ ਉਸੇ ਦਿਨ ਐਂਟਰੀ ਕਨੈਕਟ ਹੋਊਗੀ, ਉਸੇ ਦਿਨ ਉਹ ਪੈਸਾ ਚੱਕ ਕੇ ਮੈਂ ਜਿਹੜਾ ਸਾਡਾ ਕਪੂਰਥਲੇ ਦਾ ਕੈਪੀਟਲ ਬੈਂਕ ਹੈ, ਜਿਸ ਤੋਂ ਮੈਂ 1 ਕਰੋੜ ਰੁਪਏ ਦੀ ਲਿਮਿਟ ਚੁੱਕੀ ਇੱਕ ਬੈਂਕ ਤੋਂ, ਉਹਦਾ ਵਿਆਜ ਦੀ ਅਦਾਇਗੀ ਕਰਤੀ, ਉਹ ਵੀ ਮਨੀ ਲਾਂਡਰਿੰਗ ਆ। ਦੇਅਰਫੋਰ ਤਾਂ ਮੈਂ ਕਹਿ ਰਿਹਾ ਕਿ ਸਰਾਸਰ ਝੂਠੀ ਸਟੋਰੀ। ਅੱਗੇ ਆ ਜਾਓ ਜੀ। ਅੱਗੇ ਕਹਿੰਦੇ ਨੇ ਇਹ $1 ਲੱਖ ਜੀ ਇਹਨਾਂ ਦੇ ਕੋਲ USA ਦਾ, US ਡਾਲਰਸ। ਕਿਸ ਆਧਾਰ ਦੇ ਉੱਤੇ? ਆਪ ਹੀ ਲਿਖ ਰਹੇ ਨੇ ਐਫੀਡੇਵਿਟ ਵਿੱਚ ਕਿ ਦਿਸ ਇਜ਼ ਸਸਪੀਸ਼ੀਅਸ ਟ੍ਰਾਂਜੈਕਸ਼ਨ। ਆਪ ਹੀ ਈਡੀ ਕਹਿ ਰਹੀ ਸਸਪੀਸ਼ੀਅਸ। ਮੈਂ ਤੁਹਾਡੇ ਸਾਹਮਣੇ ਕਹਿਣਾ ਚਾਹੁੰਦਾ ਕਿ ਇੱਕ ਨਵੇਂ ਪੈਸੇ ਦਾ ਰਵਾਦਾਰ ਨਹੀਂਗਾ ਮੈਂ। ਇਹ ਲਿਆਉਣ ਜਿਹੜੀਆਂ ਟ੍ਰਾਂਜੈਕਸ਼ਨ ਮੇਰੇ ਸਾਹਮਣੇ ਰੱਖਣਗੇ ਜਦੋਂ, ਇੱਕ ਐਂਟਰੀ ਦਾ ਜਵਾਬ ਮੈਂ ਦੇਣ ਨੂੰ ਤਿਆਰ ਹਾਂ। ਇੱਕ ਐਂਟਰੀ ਦਾ ਜਵਾਬ ਮੇਰੇ ਕੋਲ, ਸਾਡੇ ਕੋਲ ਪੂਰੀ ਡਿਟੇਲਸ ਵਿੱਚ ਹੈਗਾ। ਅਗਲਾ ਅਖੀਰਲਾ ਇਲਜ਼ਾਮ ਲਾਉਂਦੇ ਨੇ ਕਿ ਇਹ ਜਿਹੜਾ ਟੋਟਲ ਕੇਸ ਜੋੜਿਆ ਨਾ, ਪਹਿਲਾਂ ਤੁਸੀਂ ਵੀ ਸਮਝਣ ਦੀ ਕੋਸ਼ਿਸ਼ ਕਰੋ। ਦੇਰ ਇਜ਼ ਨੋ FIR ਅਗੇਂਸਟ ਮੀ, ਦੇਰ ਇਜ਼ ਨੋ ਕੇਸ ਇਨ ਦੀ ED ਅਗੇਂਸਟ ਮੀ, ਦੇਰ ਇਜ਼ ਨੋ ਸ਼ਡਿਊਲਡ ਅਫੈਂਸ ਅਗੇਂਸਟ ਮੀ ਐਟ ਆਲ। ਵਾਟ ਦੇ ਹੈਵ ਡਨ ਇਜ਼, ਉਹਨਾਂ ਨੇ ਜਿਹੜੀ 2015 ਦੀ ਗੁਰਦੇਵ ਸਿੰਘ ਦੇ NDPS ਦੀ FIR ਸੀ,
ਉਹਨੂੰ ਚੁੱਕ ਕੇ ਉਸ FIR ਦੇ ਆਧਾਰ ਦੇ ਉੱਤੇ ਸਾਨੂੰ ਡਰੱਗ ਮਨੀ ਦੇ ਨਾਲ ਇਨਵੋਲਵ ਕਰ ਰਹੇ ਨੇ। ਹੁਣ ਸੁਣੋ ਧਿਆਨ ਨਾਲ ਗੱਲ, ਗੁਰਦੇਵ ਸਿੰਘ ਮੇਰੇ ਹਲਕੇ ਦਾ ਮਾਰਕੀਟ ਕਮੇਟੀ ਦਾ ਸਾਬਕਾ ਚੇਅਰਮੈਨ ਸੀ। ਉਹ ਜਦੋਂ ਫੜਿਆ ਗਿਆ, ਸੁਭਾਵਕ ਆ ਕਿ ਉਹਨਾਂ ਨੇ ਮੈਨੂੰ ਅਪਰੋਚ ਕੀਤਾ, ਮੈਂ MLA ਸੀਗਾ, ਉਹਦੀ ਭੈਣ ਇੰਗਲੈਂਡ ਰਹਿੰਦੀ ਸੀ, ਉਹਨੇ ਮੈਨੂੰ ਅਪਰੋਚ ਕੀਤਾ ਕਿ ਸਾਡੀ ਮਦਦ ਕਰੋ। ਜੇ ਮੈਂ ਗੁਨਾਹਗਾਰ ਹੁੰਦਾ ਤੇ ਮੈਂ ਪੁਲਿਸ ਨੂੰ ਥੋੜ੍ਹਾ ਟੈਲੀਫੋਨ ਕਰਦਾ ਗੁਰਦੇਵ ਵਾਸਤੇ। ਮੇਰੀਆਂ ਕਾਲ ਰਿਕਾਰਡਸ ਦਾ ਹਿੱਸਾ ਲੱਭ ਲਿਓ। ਉਸ ਵੇਲੇ DIG ਸੀ ਅਮਰ ਸਿੰਘ ਚਾਹਲ ਫਿਰੋਜ਼ਪੁਰ ਰੇਂਜ ਦਾ, ਤੇ ਸ਼ਾਇਦ ਪਰਮਰਾਜ ਸਿੰਘ ਉਮਰਾ ਨੰਗਲ ਜਾਂ ਕੋਈ ਅਫਸਰ ਸੀਗਾ। ਮੈਂ ਉਹਨਾਂ ਨੂੰ ਫੋਨ ਕੀਤੇ ਔਰ ਫੋਨ ਕਰਕੇ ਸਿਰਫ ਇੰਨਾ ਕਿਹਾ ਕਿ ਮੇਰੀ ਕੌਂਸਟੀਟੂਐਂਸੀ ਦਾ ਇੱਕ ਆਦਮੀ ਜਿਹਦੇ ਤੇ ਪਹਿਲਾਂ ਕੋਈ ਇਲਜ਼ਾਮ ਨਹੀਂਗਾ, ਉਹ ਫੜਿਆ ਗਿਆ ਵਾ, ਕਿਰਪਾ ਕਰਕੇ ਉਹਦੇ ਨਾਲ ਕਿਸੇ ਤਰ੍ਹਾਂ ਦੇਖਣਾ ਕਿ ਕੋਈ ਜ਼ਿਆਦਤੀ, ਮਤਲਬ ਕਿ ਬੇਗੁਨਾਹ ਨਾ ਰਗੜਿਆ ਜਾਵੇ। ਬਸ ਇਹਨੂੰ ਵੀ ਉਹਨਾਂ ਨੇ ਡਰੱਗਸ ਦੇ ਨਾਲ ਜੋੜ ਕੇ, ਉਸ ਵਕਤ ਅਕਾਲੀ ਦਲ ਦੀ ਸਰਕਾਰ ਸੀ, ਉਹਨਾਂ ਨੇ ਪਲੰਦਾ ਬਣਾ ਕੇ ਰੱਖ ਦਿੱਤਾ, ਪਰ ਕੀਤਾ ਕੁਛ ਨਹੀਂ, ਬਿਕੋਜ਼ ਦੇ ਹੈਡ ਨਥਿੰਗ ਅਗੇਂਸਟ ਮੀ ਅਦਰ ਦੈਨ ਕਾਲ ਰਿਕਾਰਡਸ। ਮੈਂ ਫਿਰ ਰਿਕਾਰਡ ਤੇ ਲੈ ਕੇ ਆ ਰਿਹਾ, ਅਗਰ ਮੈਂ ਝੂਠਾ ਹੋਊਂਗਾ ਆਈ ਵਿਲ ਕੁਇਟ ਪੋਲੀਟਿਕਸ। ਮੇਰਾ ਗੁਰਦੇਵ ਸਿੰਘ ਦੇ ਨਾਲ ਇੱਕ ਨਵੇਂ ਪੈਸੇ ਦਾ ਵਪਾਰ ਨਹੀਂਗਾ, ਮੇਰੀ ਕੋਈ ਉਹਦੇ ਨਾਲ ਬੈਂਕ ਟ੍ਰਾਂਜੈਕਸ਼ਨ ਗੁਰਦੇਵ ਸਿੰਘ ਨਾਲ ਨਹੀਂ ਗੀ, ਮੇਰੀ ਗੁਰਦੇਵ ਸਿੰਘ ਦੇ ਨਾਲ ਕੋਈ ਪ੍ਰਾਪਰਟੀ ਨਾਮੀ ਬੇਨਾਮੀ ਕੋਈ ਸਾਂਝੀ ਨਹੀਂ ਗੀ। ਇੱਕ ਨਵੇਂ ਪੈਸੇ ਦਾ ਚੀਚੀ ਜਿੰਨਾ ਵੀ ਕੁਛ ਨਹੀਂ ਕੱਢ ਸਕਦੇ ਇਹ। ਪਰ ਕਹਿੰਦੇ ਜੀ ਗੁਰਦੇਵ ਸਿੰਘ ਇਹਨਾਂ ਨੂੰ ਡਰੱਗ ਮਨੀ ਦੇ ਨਾਲ ਇਲੈਕਸ਼ਨਸ ਫੰਡ ਕਰਦਾ ਸੀ ਤੇ ਗੱਡੀਆਂ ਅਰੇਂਜ ਕਰਦਾ ਸੀ। ਕਿਹੜੀ ਇਲੈਕਸ਼ਨ ਜੀ? 2015 ਦਾ ਗ੍ਰਿਫਤਾਰ ਹੋਇਆ, ਉਹਨੂੰ ਜੇਲ੍ਹ ਭੇਜਤਾ, ਉਹਦੀ ਟਰਾਇਲ ਹੋਈ, 10-12 ਬੰਦਿਆਂ ਦੇ ਨਾਲ ਉਹਨੂੰ 20 ਸਾਲ ਕੈਦ ਹੋ ਗਈ, ਉਹ ਤਾਂ ਜੇਲ੍ਹ 'ਚ ਹੈ। ਮੇਰੀ ਕਿਹੜੀ ਇਲੈਕਸ਼ਨ ਉਹਨੇ ਫੰਡ ਕਰ ਦਿੱਤੀ? ਕਿਤੇ ਲਿਖਿਆ ਨਹੀਂਗਾ, ਸਿਰਫ ਕਹਾਣੀ ਬਣਾ ਕੇ। ਕਿਤੇ ਨਹੀਂ ਲਿਖਿਆ ਕਿ ਗੱਡੀ ਨੰਬਰ ਫਲਾਨੀ ਜਾਂ ਲੱਖ ਰੁਪਈਆ ਫਲਾਨੇ ਅਕਾਊਂਟ 'ਚੋਂ। ਨੋ, ਜਸਟ ਸਟੋਰੀ ਕੁੱਕ ਅਪ ਕਰਕੇ। ਤਾਈਓ ਮੈਂ ਕਿਹਾ ਬੰਡਲ ਆਫ ਲਾਈਜ਼, ਝੂਠ ਦਾ ਪਲੰਦਾ। ਐਂ ਤਾਂ ਕੱਲ ਨੂੰ ਮੈਂ ਲਿਖ ਦੂੰਗਾ ਕਿ ਟਰੰਪ ਨੂੰ ਮੈਂ 15 ਕਰੋੜ ਰੁਪਈਆ ਦਿੱਤਾ ਸੀਗਾ, ਕਹਿਣਾ ਹੀ ਆ, ਕਹਿ ਦਿਓ। ਇਸ ਤਰ੍ਹਾਂ ਨਾਲ ਮਨ ਘੜਤ ਕਹਾਣੀ ਬਣਾ ਕੇ ਜੀ ਕਿ ਗੁਰਦੇਵ ਇਹਨਾਂ ਨੂੰ ਪੈਸੇ ਦਿੰਦਾ ਸੀ। ਜੇ ਬੰਦਾ ਜੇਲ੍ਹ 'ਚ ਆ, ਜਿਹੜਾ ਬੰਦਾ ਸਜ਼ਾ ਯਾਫਤਾ ਵਾ, ਉਹ ਮੈਨੂੰ 2017 'ਚ ਕੀ ਪੈਸੇ ਦੇਊਗਾ ਜੀ? ਹੁਣ ਪਹਿਲਾਂ ਆ ਜਾਓ ਉਹਦੇ ਤੋਂ। 2015 ਤੋਂ ਪਹਿਲਾਂ ਗੁਰਦੇਵ ਸਿੰਘ ਦੇ ਉੱਤੇ ਕੋਈ FIR ਨਹੀਂ ਸੀ। FIR ਤਾਂ ਛੱਡੋ, ਕੰਪਲੇਂਟ ਵੀ ਨਹੀਂ ਸੀ। ਜੇ ਕੰਪਲੇਂਟ ਨਹੀਂ ਸੀ, FIR ਨਹੀਂ ਸੀ, ਡਰੱਗ ਮਨੀ ਕਿੱਥੋਂ ਹੋ ਗਿਆ ਜੀ ਫਿਰ? ਪਰ ਇਹ ਤੋਂ ਇਲਾਵਾ ਵੀ ਮੈਂ ਕਹਿੰਦਾ 25 ਸਾਲ ਪਿੱਛੇ ਚੱਲ ਜਾਣ, ਗੁਰਦੇਵ ਸਿੰਘ ਦੇ ਨਾਲ ਮੇਰਾ ਤਾਲੁਕਾਤ ਸਾਬਤ ਕਰ ਦੇਣ ਕਿ ਪੈਸੇ ਦਾ ਲੈਣ ਦੇਣ ਸੀਗਾ, ਆਈ ਵਿਲ ਜਸਟ ਕੁਇਟ ਪੋਲੀਟਿਕਸ ਆਲ ਟੂਗੇਦਰ। ED ਤਾਂ ਛੱਡੋ, ਰਾਜਨੀਤੀ ਛੱਡ ਦਿਆਂਗੇ। ਇੱਕ ਨਵੇਂ ਪੈਸੇ ਦਾ ਮੇਰਾ ਰਵਾਦਾਰੀ, ਉਹਦੇ ਨਾਲ ਕੋਈ ਪ੍ਰਾਪਰਟੀ ਸਾਂਝੀ ਹੋਵੇ, ਨਥਿੰਗ ਐਟ ਆਲ। ਇਸ ਤਰ੍ਹਾਂ ਦਾ ਝੂਠਾ ਮੁਕੱਦਮਾ ਬਣਾ ਕੇ ਇਹ ਸਿਰਫ ਤੇ ਸਿਰਫ, ਜਿੱਦਾਂ ਮੈਂ ਪਹਿਲਾਂ ਕਿਹਾ, ਕਿ ਇੱਕ ਆਦਮੀ ਦੀ ਇਮੇਜ ਖਰਾਬ ਕਰਦੇ ਨੇ, ਡਰਾਉਂਦੇ ਨੇ, ਧਮਕਾਉਂਦੇ ਨੇ, ਔਰ ਹਾਈ ਕੋਰਟ ਵਿੱਚ ਜਾ ਕੇ ਕਹਿੰਦੇ ਸਾਡਾ ਗੁਨਾਹਗਾਰ ਨਹੀਂਗਾ। ਇਹ ਸਾਰਾ ਮੈਂ ਤੁਹਾਡੇ ਸਾਹਮਣੇ ਤਾਂ ਰੱਖਿਆ ਵਾ, ਆਈ ਫਾਈਟ ਇਟ ਆਊਟ। ਅਸੀਂ ਕੋਈ ਕਾਇਰ ਬੰਦੇ ਨਹੀਂ ਗਏ ਕਿ ਅਸੀਂ ਘਬਰਾ ਕੇ ਡਰ ਕੇ ਭੱਜ ਜੇ, ਇੱਥੇ ਰਵਾਂਗੇ ਔਰ ਇਹਨਾਂ ਨੂੰ ਫੇਸ ਕਰਾਂਗੇ। ਔਰ ਹੁਣ ਵਿੱਚ ਸਟੋਰੀਜ਼ ਦੱਸ ਰਹੇ ਨੇ ਕਿ ਜੀ ਅਸੀਂ ਸਮਨ ਕੀਤਾ ਸੀਗਾ। ਸਮਨ ਦੀ ਗੱਲ ਸੁਣੋ, ਜਦੋਂ ਉਹਨਾਂ ਨੇ ਰੇਡ ਕੀਤਾ ED ਨੇ, ਕਿੱਡੀ ਜ਼ਿੰਮੇਵਾਰ ਏਜੰਸੀ ਕਹਿੰਦੀ ਆਪਣੇ ਆਪ ਨੂੰ ਦੇਸ਼ ਦੀ, ਕਿਸੇ ਕੋਲ ਨੈਗੇਟਿਵ ਸਰਟੀਫਿਕੇਟ ਨਹੀਂ ਸੀਗਾ COVID-19 ਦਾ, ਕਿਸੇ ਕੋਲ, ਕਿਸੇ ਦੇ ਹੱਥ ਵਿੱਚ ਦਸਤਾਨੇ ਨਹੀਂ ਪਾਏ ਸੀ। ਹਜ਼ਾਰਾਂ ਚੀਜ਼ਾਂ ਛੇੜੀਆਂ, ਕਿਚਨ ਯੂਟੈਂਸਿਲਸ ਤੋਂ ਲੈ ਕੇ ਸਾਡੇ ਘਰ ਵਿੱਚ ਚਾਹ ਪੀਤੀ, ਖਾਣਾ ਖਾਧਾ, ਅਲਮਾਰੀਆਂ ਨੂੰ ਛੇੜਿਆ। ਮੇਰੇ ਬੇਟੀ ਪ੍ਰੈਗਨੈਂਟ ਸੀਗੀ, ਉਹਦਾ ਬੱਚਾ ਬਾਅਦ ਵਿੱਚ ਹੋਇਆ, ਉਹਦੇ ਸਾਰੇ ਕੱਪੜਿਆਂ ਨੂੰ ਛੇੜਿਆ ਅਲਮਾਰੀਆਂ 'ਚ, ਤੇ ਸਾਡੇ ਘਰ ਵਿੱਚ ਕਰੋਨਾ ਦੇ ਗਏ ਨੇ। ਮੇਰਾ 2 PSOs, ਇੱਕ PSO ਹਰਜੀਤ ਸਿੰਘ, ਇੱਕ PSO ਓਂਕਾਰ ਸਿੰਘ। ਇੱਕ ਚੰਡੀਗੜ੍ਹ ਵਾਲਾ ਕੋਵਿਡ ਪੋਜ਼ਿਟਿਵ ਹੋ ਗਿਆ, ਬਿਮਾਰ ਪਿਆ ਵਿਚਾਰਾ, ਉਹਦੇ ਲੰਗਸ 'ਚੋਂ ਖੂਨ ਆ ਰਿਹਾ ਵਾ। ਇੱਕ ਮੇਰਾ ਜਿਹੜਾ ਪਿੰਡ ਜਿਹਨੇ ਇਹਨਾਂ ਨੂੰ ਰੋਟੀ ਖਵਾਈ, ਇੱਕ ਉਹ ਪੋਜ਼ਿਟਿਵ ਆ ਗਿਆ। ਸਾਨੂੰ ਸਮਨ ਆਏ, ਮੈਂ ਕਿਹਾ ਡੂ ਯੂ ਵਾਂਟ ਅਸ ਟੂ ਕਮ ਵਿਦਆਊਟ ਗੈਟਿੰਗ ਆਵਰ ਕੋਵਿਡ ਟੈਸਟ ਡਨ? ਇਫ ਯੂ ਵਾਂਟ ਵਿਲ ਕਮ। ਕਹਿੰਦੇ ਨਹੀਂ ਆਇਓ ਨਾ, ਤੁਸੀਂ ਆਪਣੇ ਕਾਗਜ਼ ਕਿਸੇ ਰਿਟੇਨਰ ਦੇ ਰਾਹੀਂ ਜਿਹੜੇ ਡਾਕੂਮੈਂਟ ਸਾਨੂੰ ਮੰਗੇ, ਲਿਸਟਾਂ ਭੇਜੀਆਂ। ਉਹਨਾਂ ਨੇ 3 ਨੋਟਿਸ ਕੱਢੇ ਸੀਗੇ, ਮੈਨੂੰ ਤੇ ਮੇਰੇ PA ਨੂੰ, ਮਨੀਸ਼ ਨੂੰ, ਇੱਕ ਮੇਰੇ ਸਨ ਇਨ ਲਾਅ ਨੂੰ, ਤਿੰਨਾਂ ਨੂੰ ਸਮਨ ਕੀਤਾ ਸੀਗਾ। ਤਿੰਨਾਂ ਨੇ ਜੋ ਡਾਕੂਮੈਂਟਸ ਮੰਗੇ ਸੀ, ਉਹ ਸਾਰੇ ਡਾਕੂਮੈਂਟਸ ਅਸੀਂ ਇਹਨਾਂ ਨੂੰ ਪ੍ਰੋਵਾਈਡ ਕਰਕੇ ਆਥੋਰਾਈਜ਼ਡ ਪਰਸਨ ਦੇ ਥਰੂ, ਜਿਹੜਾ ਇਹਨਾਂ ਦਾ ਦਿੱਲੀ ਖਾਨ ਮਾਰਕੀਟ ਦੇ ਵਿੱਚ ED ਦਾ ਦਫ਼ਤਰ ਹੈ, ਉੱਥੇ ਜਾ ਕੇ ਅਸੀਂ ਜਮ੍ਹਾਂ ਕਰਵਾਏ ਹੈ। Therefore, I want to say ਕਿ ਅਸੀਂ law abiding ਹੈ। We are not only law abiding, we are also God fearing. We'll never do anything wrong like this, which is blatantly illegal or illegitimate. ਸਾਡਾ, ਮੇਰੇ ਖਾਨਦਾਨ ਦਾ ਪਿਛੋਕੜ ਆ। ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਅੱਜ ਦੁਨੀਆ 'ਚ ਨਹੀਂ ਗਏ। ਉਹਨਾਂ ਨੇ ਦਰਬਾਰ ਸਾਹਿਬ ਦੀ ਪੁਲਿਸ ਭੇਜੀ ਸੀ, ਬਰਨਾਲਾ ਸਾਹਿਬ ਦੀ ਸਰਕਾਰ ਨੇ। ਉਹ ਉਸ ਵੇਲੇ ਵਜ਼ਾਰਤ ਨੂੰ ਠੁੱਡਾ ਮਾਰਿਆ ਸੀ ਕੈਪਟਨ ਅਮਰਿੰਦਰ ਸਿੰਘ, ਤੇ ਮੇਰੇ ਪਿਤਾ ਜੀ ਉਸ ਵੇਲੇ 1985 'ਚ ਅਕਾਲੀ ਦਲ ਦੀ ਸਰਕਾਰ ਵਿੱਚ ਮਿਨਿਸਟਰ ਸੀਗੇ। ਤੇ ਜਦੋਂ ਪੁਲਿਸ ਐਂਟਰੀ ਕੀਤੀ 86 ਵਿੱਚ ਬਰਨਾਲਾ ਸਾਹਿਬ ਦੀ ਸਰਕਾਰ ਨੇ, ਅਸੀਂ ਆਪਣੀ ਵਜ਼ਾਰਤ ਛੱਡ ਦਿੱਤੀ। ਮੇਰੇ ਪਿਤਾ ਜੀ ਨੇ ਘੱਟੋ ਘੱਟ 6-7 ਸਾਲ ਐਮਰਜੈਂਸੀ ਤੋਂ ਲੈ ਕੇ
ਹਰ ਜ਼ੁਲਮ ਦੇ ਖਿਲਾਫ ਕੈਦਾਂ ਕੱਟੀਆਂ ਨੇ, ਨੈਸ਼ਨਲ ਸਿਕਿਉਰਿਟੀ ਐਕਟ ਅਧੀਨ ਡਿਟੈਂਸ਼ਨਸ ਕੱਟੀਆਂ ਨੇ, ਸਜ਼ਾ ਨਹੀਂ ਹੋਈ ਕੋਈ। ਅਸੀਂ ਤਾਂ ਲੜਨ ਪਿੰਡਣ ਵਾਲੇ ਆਦਮੀ ਆ, ਔਰ ਅਸੀਂ ਕੋਈ ਨਾ ਕਦੀ ਜ਼ਿੰਦਗੀ 'ਚ ਇਸ ਤਰ੍ਹਾਂ ਦਾ ਕੰਮ ਗਲਤ ਕੀਤਾ ਵਾ। ਆਪੋਜੀਸ਼ਨ ਵਿੱਚ ਰਿਹਾ ਸਦਾ। ਆਈ ਹੈਵ ਨੈਵਰ ਬੀਨ ਇਨ ਆਫਿਸ, ਆਈ ਹੈਵ ਨੈਵਰ ਬੀਨ ਐਨੀ ਅ ਪਲੇਸ ਵੇਅਰ ਆਈ ਕੁਡ ਹੈਵ अर्नड ਮਨੀ। ਮੈਨੂੰ ਕੱਲ ਨੂੰ ਮੌਕਾ ਵੀ ਮਿਲੇਗਾ, ਮੈਂ ਜ਼ਿੰਦਗੀ 'ਚ ਕਹਿਣਾ ਚਾਹੁੰਦਾ ਕਿ ਕਦੀ ਵੀ ਨਹੀਂ ਕਰਾਂਗੇ, ਕਦੀ ਨਹੀਂ, ਕਿਉਂਕਿ ਸਾਡਾ ਕੰਮ ਇਹ ਨਹੀਂਗਾ। ਵੀ ਆਰ ਹੇਅਰ ਟੂ ਸਰਵ ਦ ਪੀਪਲ, ਨਾਟ ਟੂ ਲੂਟ ਦ ਪੀਪਲ। ਤੇ ਜਿਨ੍ਹਾਂ ਨੇ ਲੁੱਟਿਆ ਵਾ, ਜਿਨ੍ਹਾਂ ਨੇ ਹੋਟਲ ਬਣਾਏ ਨੇ, ਬੱਸਾਂ ਬਣਾਈਆਂ ਨੇ, 7 ਸਿਤਾਰੇ ਹੋਟਲ ਬਣਾਏ ਨੇ, ਉਹਨਾਂ ਦੇ ਖਿਲਾਫ ਤਾਂ ਈਡੀ ਜ਼ੁਰਤ ਵੀ ਨਹੀਂ ਕਰਦੀ ਕੋਈ। ਬੜੇ ਵੱਡੇ ਵੱਡੇ ਨਾਮ ਨੇ ਪੰਜਾਬ ਦੇ ਵਿੱਚ, ਰੀਅਲ ਏਸਟੇਟ ਬੈਰਨਸ, ਪੋਲੀਟੀਸ਼ੀਅਨਸ, ਵੱਡੀਆਂ ਵੱਡੀਆਂ ਸ਼ੂਗਰ ਮਿੱਲਾਂ ਦੇ ਮਾਲਕ, ਵੱਡੀਆਂ ਵੱਡੀਆਂ ਡਿਸਟਿਲਰੀਆਂ ਦੇ ਮਾਲਕ, ਉਹਨਾਂ ਦੇ ਖਿਲਾਫ ਤਾਂ ਈਡੀ ਕੋਈ ਜਾਂਦੀ ਨਹੀਂ ਹੈਗੀ। ਸੁਖਪਾਲ ਸਿੰਘ ਖਹਿਰਾ ਕਿਉਂ ਚੁਣਿਆ ਗਿਆ ਵਾ? ਸਿੰਪਲ ਆਨਸਰ ਟੂ ਦਿਸ ਕੁਐਸਚਨ ਇਜ਼ that because we are vocal, I oppose BJP tooth and nail and will continue to do so। ਉਹਨਾਂ ਨੇ ਕਿਹਾ ਇਹਨੂੰ ਟਾਰਗੇਟ ਕਰੋ, ਇਹਨੂੰ ਫੜ ਕੇ ਜਲੀਲ ਕਰ ਦਿਓ, ਬਦਨਾਮ ਕਰ ਦਿਓ, ਬਾਕੀ ਵੀ ਡਰ ਜਾਣਗੇ। ਇਹ ਬਾਕੀਆਂ ਨੂੰ ਵੀ ਡਰਾਉਂਦੇ ਨੇ ਬਾਏ ਦ ਵੇ। ਔਰ ਮੈਂ ਰਿਣੀ ਆ ਪੰਜਾਬ ਵਿਧਾਨ ਸਭਾ ਦੇ ਸਮੂਹ ਪਾਰਟੀਆਂ ਦੇ ਮੈਂਬਰਸ ਦਾ, ਜਿਨ੍ਹਾਂ ਨੇ ਸਾਡੇ ਹੱਕ ਵਿੱਚ ਹਾਂ ਦਾ ਨਾਰਾ ਮਾਰ ਕੇ ਇੱਕ ਮਤਾ ਪਾਸ ਕਰਕੇ ਸਾਡੀ ਸਪੋਰਟ ਕੀਤੀ ਹੈ। ਸੋ ਦਿਸ ਵਾਜ਼ ਦੀ ਸਟੋਰੀ ਦੈਟ ਆਈ ਵਾਂਟਡ ਟੂ ਸ਼ੇਅਰ ਵਿਦ ਯੂ। ਔਰ ਆਹ ਸਾਰਾ ਡਾਕੂਮੈਂਟ 6-7 ਪੇਜ ਨੇ, ਬਾਕੀ ਸਾਰਾ ਬੋਗਸ ਹੈ। ਔਰ ਮੈਂ ਇਹ ਵੀ ਕਹਿਣਾ ਚਾਹੁੰਦਾ, ਸਾਨੂੰ ਤਾਂ ਡਰਾਉਂਦੇ ਨੇ, ਇਹ ਜੁਡੀਸ਼ਰੀ ਦੇ ਉੱਤੇ ਵੀ ਐਡਵਰਸ ਇੰਪੈਕਟ ਪਾਉਂਦੇ ਨੇ ਇੱਦਾਂ ਦੀ ਕਹਾਣੀਆਂ ਬਣਾ ਕੇ ਕਿ ਜੀ ਡਰੱਗ ਮਨੀ ਚਲੇ ਗਿਆ, ਦੱਸਿਆ ਕਿਤੇ ਨਹੀਂਗਾ ਕਿੱਥੋਂ ਆਇਆ, ਗੱਡੀਆਂ ਦੇ ਦਿੱਤੀਆਂ, ਗੱਡੀ ਦਾ ਨੰਬਰ ਵੀ ਨਹੀਂ ਦਿੱਤਾ ਕਿਹੜੀ ਗੱਡੀ ਆ, ਇੰਨੇ ਪੈਸੇ ਟ੍ਰਾਂਜੈਕਸ਼ਨ ਹੋ ਗਈ, ਦੱਸਿਆ ਨਹੀਂਗਾ ਕਿ ਇਹਦੇ ਵਿੱਚ ਸਾਡੇ ਲੋਨ ਦੀਆਂ ਐਗਰੀਕਲਚਰ ਲਿਮਿਟਸ ਦੇ ਦਾ ਵੀ ਕ੍ਰੈਡਿਟ ਆ। ਜਦੋਂ ਮੈਨੂੰ ਲਿਮਿਟ ਮਿਲਦੀ 1 ਕਰੋੜ ਰੁਪਈਆ, ਫਰਜ਼ ਕਰੋ ਉਹ ਮੇਰੇ ਖਾਤੇ ਵਿੱਚ 1 ਕਰੋੜ ਰੁਪਇਆ ਬੈਂਕ ਪਾਊਗਾ, ਤਾਂ ਹੀ ਮੈਂ ਲਿਮਿਟ ਲਊਂਗਾ ਨਾ ਉਹਨਾਂ ਤੋਂ। ਉਸ ਨੂੰ ਮੈਂ ਰੈਗੂਲਰਲੀ ਯੂਜ਼ ਕਰਦਾ ਰਹਿਣਾ, ਜਦੋਂ ਖਤਮ ਹੋ ਜਾਂਦੀ ਹੈ I have to keep on paying the interest regularly. Is that an offense? Is this money laundering? Money laundering ਹੁੰਦੀ ਆ ਸੈਂਕੜੇ ਹਜ਼ਾਰਾਂ ਕਰੋੜਾਂ ਨੂੰ ਆਫਸ਼ੋਰ ਅਕਾਊਂਟਸ ਰਾਹੀਂ ਘੁਮਾਉਣਾ, ਇੱਦਾਂ ਦੇਸ਼ਾਂ ਵਿਦੇਸ਼ਾਂ ਵਿੱਚ, ਕੈਰੇਬੀਅਨ ਆਈਲੈਂਡਸ ਵਿੱਚ, ਦੁਬਈ ਦੇ ਵਿੱਚ ਲੈ ਜਾ ਕੇ ਪੈਸਾ, ਸਵਿਟਜ਼ਰਲੈਂਡ ਦੇ ਬੈਂਕਾਂ ਵਿੱਚ ਘੁਮਾ ਕੇ ਪੈਸਾ, ਉਹਨੂੰ ਕਾਲੇ ਨੂੰ ਚਿੱਟਾ ਕਰਕੇ ਜਦੋਂ ਵਾਪਸ ਲੈ ਕੇ ਆਉਂਦੇ ਉਹਨੂੰ ਕਹਿੰਦੇ ਨੇ ਮਨੀ ਲਾਂਡਰਿੰਗ। ਨਾਟ ਯੋਰ ਪਰਸਨਲ ਅਕਾਊਂਟਸ। ਜਿਹੜੇ ਪਰਸਨਲ ਅਕਾਊਂਟਸ ਮੈਂ ਉਹਨਾਂ ਨੂੰ ਦਿੱਤੇ, ਮੈਂ ਆਪਣੇ ਪਰਸਨਲ ਅਕਾਊਂਟਸ ਵਿੱਚੋਂ ਮਨੀ ਲਾਂਡਰਿੰਗ ਕਰੂੰਗਾ? ਆਪਣੇ ਪਰਸਨਲ ਅਕਾਊਂਟਸ ਵਿੱਚੋਂ ਕੋਈ ਮਨੀ ਲਾਂਡਰਿੰਗ ਕਰਦਾ ਹੁੰਦਾ? ਹੋ ਸਕਦੀ ਹੈ, ਕੁਛ ਨਹੀਂ ਲੱਭਾ। ਤੇ ਹੁਣ ਆ ਸਾਰਾ ਇੱਕ ਵਿਲੀਫਿਕੇਸ਼ਨ ਕੈਂਪੇਨ, ਇੱਕ ਵਿਸ਼ੀਅਸ ਪ੍ਰੋਪੇਗੈਂਡਾ ਅਗੇਂਸਟ ਮੀ ਜਸਟ ਐਂਡ ਆਲਸੋ ਦਿਸ ਟਾਈਮਿੰਗ ਆਫ ਦ ਰੇਟ ਸ਼ੋਜ਼, ਇਹ ਸਾਰੇ ਤਿਲ ਮਿਲਾਏ ਹੋਏ ਨੇ, ਘਬਰਾਉਂਦੇ ਨੇ। ਔਰ ਮੈਂ ਕਹਿੰਦਾ ਉਸ ਵਾਹਿਗੁਰੂ ਦਾ ਮੈਂ ਧੰਨਵਾਦ ਕਰਦਾ ਕਿ ਸਾਡੀ ਆਵਾਜ਼ ਤੋਂ ਇੰਨੇ ਡਰਦੇ ਨੇ ਕਿ ਇਹਨਾਂ ਨੇ ਸਾਰੇ ਪੰਜਾਬ ਦੀ 3.25 ਕਰੋੜ ਆਬਾਦੀ 'ਚ ਕੋਈ ਨਹੀਂ ਚੱਕਿਆ, ਹੋਰ ਸਿਰਫ ਖਹਿਰੇ ਨੂੰ ਟਾਰਗੇਟ ਕੀਤਾ ਵਾ। ਔਰ ਮੈਨੂੰ ਦੁਨੀਆ ਭਰ 'ਚੋਂ ਮੈਂ ਉਹਨਾਂ ਦਾ ਧੰਨਵਾਦ ਕਰਦਾ, ਸਾਰੀ ਦੁਨੀਆ ਦਾ। ਮੈਂ ਕਹਿੰਦਾ ਕਿ ਵਿਦੇਸ਼ਾਂ 'ਚੋਂ ਇੱਥੇ ਬਜ਼ੁਰਗਾਂ ਨੇ, ਔਰਤਾਂ ਨੇ, ਨੌਜਵਾਨਾਂ ਨੇ, ਸਾਰਿਆਂ ਨੇ ਕਿਹਾ ਜਦੋਂ ਤੈਨੂੰ ਲੋੜ ਪਈ ਸੀ ਤੇਰੇ ਨਾਲ ਖੜੇ ਆ, ਕਿਉਂਕਿ ਸਾਨੂੰ ਪਤਾ ਵਾ ਕਿ ਤੂੰ ਬੇਗੁਨਾਹ ਵਾ। ਦਿਸ ਇਜ਼ ਦ ਸਪੋਰਟ ਦੈਟ ਆਈ ਹੈਵ ਗੋਟ। ਇਨ ਅ ਵੇ ਦੇ ਹੈਵ ਡਨ ਮੀ ਫੇਵਰ। ਇਹਨਾਂ ਦੀ ਆਦਤ ਹੈ ਸਰਕਾਰਾਂ ਦੀ, ਹਰ 4-6 ਮਹੀਨੇ ਬਾਅਦ ਮੈਨੂੰ ਉਹਨਾਂ ਨੇ 5-4 ਕਰੋੜ ਰੁਪਏ ਦੀ ਫ੍ਰੀ ਪਬਲਿਸਿਟੀ ਦੇਣੀ ਹੁੰਦੀ ਹੈ, ਉਹ ਦੇਈ ਜਾਂਦੇ ਨੇ। ਤੇ ਮੈਂ ਆਪਣਾ ਕੰਮ ਜਿੱਥੇ ਖੜਾ ਵਾਂ ਉੱਥੇ ਖੜਾ, ਲੜੀ ਵੀ ਜਾਊਂਗਾ ਆਉਣ ਵਾਲੇ ਸਮੇਂ 'ਚ। ਇਹ ਮੈਂ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਕਰਨਾ ਸੀ। ਕੋਈ ਸਵਾਲ ਪੁੱਛਣਾ ਤਾਂ ਪੁੱਛ ਸਕਦੇ ਹੋ, ਹੈ ਨਹੀਂ?